ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਚਾਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲਾ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸੀਐਮ ਭਗਵੰਤ ਮਾਨ ਦੀ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ, ਬੋਲੇ ਫੌਜ ਨੂੰ ਦਿਲੋਂ ਸਲੂਟ, ਇਹਨਾਂ ਕਰਕੇ ਅਸੀਂ ਸੁਰੱਖਿਅਤ ਹਾਂ। ਏਜੀ ਅਨਮੋਲ ਰਤਨ ਸਿੱਧੂ ਵੱਲੋਂ ਅਸਤੀਫਾ, ਵਿਨੋਦ ਕਈ ਹੋਣਗੇ ਨਵੇਂ ਐਡਵੋਕੇਟ ਜਨਰਲ। ਅਤੇ ਪੰਜਾਬ ਨੇ ਕੇਂਦਰ ਤੋਂ ਮੰਗੀ ਆਰਟੀਐਫ ਤੇ 1760 ਕਰੋੜ ਰੁਪਏ, ਰਾਜਪਾਲ ਨੇ ਸੋਧ ਨੂੰ ਦਿੱਤੀ ਮਨਜ਼ੂਰੀ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਰਗਿਲ ਦਿਵਸ ਦੀ। ਤਾਂ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਪੰਜਾਬ ਕੇਸਰੀ ਜਗਬਾਣੀ ਦੀ ਪੂਰੀ ਟੀਮ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਉਧਰ ਗੱਲ ਜੇ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਤਾਂ ਉਹਨਾਂ ਨੇ ਵੀ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਉਹਨਾਂ ਕਰਕੇ ਹੀ ਅਸੀਂ ਸੁਰੱਖਿਅਤ ਹਾਂ, ਉਹਨਾਂ ਨੂੰ ਦਿਲੋਂ ਸਲੂਟ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਬੋਗਨਵਿਲੀਆ ਗਾਰਡਨ ਵਿੱਚ ਵਾਰ ਮੈਮੋਰੀਅਲ ਤੇ ਸੀਐਮ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਦੀ ਬਿਹਤਰੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਤੇ ਮੌਜੂਦ ਐਨਸੀਸੀ ਕੈਡਰ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਵਾਨਾਂ ਦੀ ਸ਼ਹਾਦਤ ਨੂੰ ਕੋਈ ਭੁੱਲ ਨਹੀਂ ਸਕਦਾ। ਸ਼ਹੀਦਾਂ ਕਰਕੇ ਹੀ ਦੇਸ਼ ਸੁਰੱਖਿਅਤ ਹੈ। ਦੇਸ਼ ਹਮੇਸ਼ਾ ਸ਼ਹੀਦਾਂ ਦਾ ਕਰਜ਼ਾਈ ਰਹੇਗਾ। ਉਹਨਾਂ ਕਿਹਾ ਹੈ ਕਿ ਅਸੀਂ ਆਪਣੀ ਫੌਜ ਕਰਕੇ ਸੁਰੱਖਿਅਤ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਨਾਲ ਘਰਾਂ ਵਿੱਚ ਏਸੀ ਲਾ ਕੇ ਸੁੱਤੇ ਹੁੰਦੇ ਹਾਂ, ਉਦੋਂ ਸਾਡੇ ਫੌਜ ਦੇ ਜਵਾਨ ਜੈਸਲਮੇਰ ਵਰਗੇ ਇਲਾਕੇ ਵਿੱਚ 50 ਡਿਗਰੀ ਤੋਂ ਉੱਪਰ ਦੀ ਗਰਮੀ ਝੱਲ ਕੇ ਸਾਡੀ ਰੱਖਿਆ ਕਰ ਰਹੇ ਹੁੰਦੇ ਹਨ। ਜਦੋਂ ਅਸੀਂ ਆਪਣੇ ਕਮਰਿਆਂ ਵਿੱਚ ਹੀਟਰ ਲਗਾ ਕੇ ਸੁੱਤੇ ਹੁੰਦੇ ਹਾਂ, ਤਾਂ ਇਹ ਲੋਕ ਟਾਈਗਰ ਹਿੱਲ ਵਰਗੀਆਂ ਪਹਾੜੀਆਂ ਤੇ ਸਾਡੀ ਰੱਖਿਆ ਕਰਦੇ ਨੇ। ਉਧਰ ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਤਾਂ ਹੁਣ ਸਵਾਲ ਇਹ ਹੈ ਕਿ ਅਗਲਾ ਏਜੀ ਕੌਣ ਹੋਵੇਗਾ। ਤਾਂ ਤੁਹਾਨੂੰ ਇੱਥੇ ਵੀ ਦੱਸ ਦੇ ਕਿ ਵਿਨੋਦ ਕਈ ਹੁਣ ਹੋਣਗੇ ਪੰਜਾਬ ਦੇ ਅਗਲੇ ਏਜੀ। ਪੰਜਾਬ ਦੇ ਐਡੀਸ਼ਨਲ ਜਨਰਲ ਯਾਨੀ ਕਿ ਏਜੀ ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਰਹੇ ਨੇ। ਉਹਨਾਂ ਦੀ ਥਾਂ ਤੇ ਹੁਣ ਵਿਨੋਦ ਕਈ ਪੰਜਾਬ ਦੇ ਨਵੇਂ ਏਜੀ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨੇ 19 ਮਈ ਨੂੰ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਇਸ ਦੀ ਜਾਣਕਾਰੀ ਮੀਡੀਆ ਨੂੰ ਅੱਜ ਦਿੱਤੀ ਗਈ। ਦੱਸਦੇ ਕਿ ਅਨਮੋਲ ਰਤਨ ਸਿੱਧੂ ਨੂੰ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਨੇ ਮਾਰਚ ਵਿੱਚ ਐਡੀਸ਼ਨਲ ਜਨਰਲ ਦੇ ਅਹੁਦੇ ਤੇ ਨਿਯੁਕਤ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਗਏ ਆਪਣੇ ਅਸਤੀਫੇ ਵਿੱਚ ਉਹਨਾਂ ਪਾਰਟੀ ਵੱਲੋਂ ਇਸ ਅਸਤੀਫੇ ਤੇ ਨਿਯੁਕਤ ਕੀਤੇ ਜਾਣ ਲਈ ਧੰਨਵਾਦ ਕੀਤਾ ਅਤੇ ਕਿਹਾ ਹੈ ਕਿ ਕੁਝ ਨਿੱਜੀ ਕਾਰਨਾਂ ਕਰਕੇ ਉਹ ਆਪਣੀਆਂ ਸੇਵਾਵਾਂ ਨਹੀਂ ਦੇ ਸਕਣਗੇ, ਜਿਸ ਕਰਕੇ ਉਹ ਅਸਤੀਫਾ ਦੇ ਰਹੇ ਹਨ। ਉਧਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 1760 ਕਰੋੜ ਰੁਪਏ ਦੀ ਮੰਗ ਕੀਤੀ ਹੈ। ਹੁਣ ਸਵਾਲ ਇਹ ਹੈ ਕਿ ਏਡੀ ਵੱਡੀ ਰਕਮ ਦੀ ਮੰਗ ਕਿਉਂ ਕੀਤੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਆਰਡੀਐਫ ਤੋਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਇਹਨਾਂ ਪੈਸਿਆਂ ਦੀ ਮੰਗ ਕੀਤੀ ਹੈ, ਜਿਸ ਨੂੰ ਰਾਜਪਾਲ ਨੇ ਜਿਸ ਦੀ ਸੋਧ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਪੰਜਾਬ ਨੇ ਕੇਂਦਰ ਤੋਂ ਰੂਰਲ ਡਿਵੈਲਪਮੈਂਟ ਫੰਡ ਯਾਨੀ ਕਿ ਆਰਟੀਐਫ ਦੇ 1760 ਕਰੋੜ ਰੁਪਏ ਮੰਗੇ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖੀ ਹੈ। ਆਰਟੀਐਫ ਫੰਡ ਵਿੱਚ ਸੋਧ ਨੂੰ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸੀਐਮ ਭਗਵੰਤ ਮਾਨ ਨੇ ਪਿਛਲੀਆਂ 2 ਫਸਲਾਂ ਦਾ ਬਣਦਾ 1760 ਰੁਪਏ ਆਰਟੀਐਫ ਕੇਂਦਰ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕੈਬਨਿਟ ਬੈਠਕ ਵਿੱਚ 30 ਜੂਨ ਨੂੰ ਆਰਟੀਐਫ ਵਿੱਚ ਸੋਧ ਬਿੱਲ ਪਾਸ ਕੀਤਾ ਗਿਆ ਸੀ। ਦੱਸਦੇ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਰਟੀਐਫ ਦੇ 1100 ਕਰੋੜ ਰੁਪਏ ਰੋਕ ਲਏ ਸਨ ਅਤੇ ਕਿਹਾ ਸੀ ਕਿ ਜਦੋਂ ਤੱਕ ਪੰਜਾਬ ਸਰਕਾਰ ਇਹ ਯਕੀਨੀ ਨਹੀਂ ਬਣਾਉਂਦੀ ਕਿ ਇਹ ਪੈਸਾ ਪਿੰਡਾਂ ਦੇ ਵਿਕਾਸ ਦੇ ਲਈ ਵਰਤਿਆ ਜਾਵੇਗਾ, ਉਦੋਂ ਤੱਕ ਫੰਡ ਜਾਰੀ ਨਹੀਂ ਕੀਤਾ ਜਾਵੇਗਾ। ਕੇਂਦਰ ਨੇ ਇਤਰਾਜ਼ ਜਤਾਇਆ ਸੀ ਕਿ ਆਰਟੀਐਫ ਦਾ ਪੈਸਾ ਕਿਸਾਨਾਂ ਦਾ ਕਰਜ਼ਾ ਮੁਆਫੀ, ਹਸਪਤਾਲ ਬਣਾਉਣ ਆਦਿ ਤੇ ਖਰਚਿਆ ਜਾ ਰਿਹਾ ਹੈ। ਦੱਸਦੀ ਹੈ ਕਿ ਪੰਜਾਬ ਨੂੰ ਝੋਨੇ ਦੀ ਖਰੀਦ ਤੇ 1000 ਕਰੋੜ ਰੁਪਏ ਆਰਟੀਐਫ ਵਜੋਂ ਮਿਲਦਾ ਹੈ, ਜਦਕਿ ਬਾਕੀ 750 ਕਰੋੜ ਰੁਪਏ ਕਣਕ ਦੀ ਖਰੀਦ ਤੇ ਮਿਲਦਾ ਹੈ। ਇਹ ਗ੍ਰਾਂਟ ਭਾਰਤੀ ਖੁਰਾਕ ਨਿਗਮ ਵੱਲੋਂ ਰਾਜ ਨੂੰ ਦਿੱਤੀ ਜਾਂਦੀ ਹੈ। ਕੇਂਦਰ ਪੰਜਾਬ ਦੇ ਫੰਡ ਦੀ ਦੁਰਵਰਤੋਂ ਤੇ ਦੋਸ਼ ਲਗਾਉਂਦਾ ਰਿਹਾ ਹੈ। ਕੇਂਦਰ ਦੇ ਇਤਰਾਜ਼ ਤੋਂ ਬਾਅਦ ਪੰਜਾਬ ਸਰਕਾਰ ਐਕਟ ਵਿੱਚ ਸੋਧ ਕਰਨ ਲਈ ਤਿਆਰ ਹੋਈ ਸੀ। ਹੁਣ ਰਾਜਪਾਲ ਵੱਲੋਂ ਇਸ ਸੋਧ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮਾਨ ਸਰਕਾਰ ਨੇ ਕੇਂਦਰ ਤੋਂ ਆਰਟੀਐਫ ਦੀ ਮੰਗ ਕੀਤੀ ਹੈ। ਉਧਰ ਈਡੀ ਦੀ ਕਾਰਵਾਈ ਦੇ ਵਿਰੋਧ ਦੇ ਵਿੱਚ ਹੁਣ ਚੰਡੀਗੜ੍ਹ ਕਾਂਗਰਸ ਸੱਤਿਆਗ੍ਰਹਿ ਤੇ ਆ ਚੁੱਕੀ ਹੈ। ਚੰਡੀਗੜ੍ਹ ਦੇ ਵਿੱਚ ਕਾਂਗਰਸੀਆਂ ਵੱਲੋਂ ਸੱਤਿਆਗ੍ਰਹਿ ਯਾਨੀ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਕਾਂਗਰਸ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਈਡੀ ਦੀ ਕਾਰਵਾਈ ਦੇ ਖਿਲਾਫ ਸ਼ਾਂਤਮਈ ਸੱਤਿਆਗ੍ਰਹਿ 35 ਸਥਿਤ ਕਾਂਗਰਸ ਭਵਨ ਦੇ ਕੋਲ ਕੀਤਾ, ਜਿਸ ਦੇ ਵਿੱਚ ਚੰਡੀਗੜ੍ਹ ਕਾਂਗਰਸ ਅਧਿਕਸ਼ ਐਚਐਸ ਲੱਕੀ ਵੀ ਮੌਜੂਦ ਰਹੇ। ਤੇ ਇਸ ਮੌਕੇ ਐਚਐਸ ਲੱਕੀ ਨੇ ਕਿਹਾ ਹੈ ਕਿ ਰਾਜਨੀਤੀ ਪ੍ਰਤੀਸ਼ੋਧ ਦੇ ਚੱਲਦੇ सरकार सोनिया गांधी ते यह कार्रवाई करवा रही है। जैसा गांधी जी ने कहा था कि
कि जो काम हिंसा से, लड़ाई से, झगड़े से, प्रदर्शन से नहीं हो सकता, शांतिपूर्वक सत्याग्रह बैठने से हो सके। वो अलग बात है कि ये देश के अंदर जो मोदी सरकार बैठी है, जो गूंगी बहरी सरकार बैठी है, जिसे लोगों की आवाज़ आज सुनाई नहीं दे रही, और जब विपक्ष उस आवाज़ को उठाने की कोशिश कर रहा है, उस आवाज़ को दबाने की कोशिश ये सरकार कर रही है। उस सरकार को जगाने के लिए, उस सरकार को नींद से उठाने के लिए आज चंडीगढ़ कांग्रेस ने एक ध्येय किया है। एक शांतिपूर्ण तरीके से सत्याग्रह पर हमारे साथी यहाँ पर बैठे हैं। ये भाजपा की अलोकतांत्रिक व्यवस्था के खिलाफ, भाजपा की जो मैं समझता हूँ एक दबाने की कोशिश, विपक्ष को मिटाने की कोशिश, विपक्ष को, उसके खिलाफ ये आवाज़ हमने आज उठाई है। इसलिए हम सारे आज यहाँ शांतिपूर्वक सत्याग्रह पे बैठे हैं। विपक्ष जहाँ तक कांग्रेस पार्टी का सवाल है, ना दबेगी, ना डरेगी, ना हटेगी। जो जे अपोजिशन को, कांग्रेस पार्टी को दबाने की कोशिश करेंगे, तो कांग्रेस पार्टी कामयाब होकर आगे बढ़ेगी। और आज जो कांग्रेस पार्टी है ये आज की नहीं है, बहुत पुरानी पार्टी है। इस पार्टी का अपना एक इतिहास है। इन्होंने देश को आज़ादी दिलाई। जब जब देश मुश्किल में आया, कांग्रेस ने हमेशा ही देश का साथ दिया। आज भारतीय जनता पार्टी कांग्रेस को ख़त्म करने के लिए लगी हुई है। ये उनकी एक बहुत बड़ी भूल है। कांग्रेस कभी ना ख़त्म नहीं हो सकती है। कांग्रेस की जड़ें बहुत डूंगी हैं। और जो हमारे जो लीडर हैं, सोनिया गांधी जी को और राहुल गांधी जी को बुलाते रहेंगे, तो हमारी पार्टी सड़कों के ऊपर संघर्ष करती रहेगी। सदन उनकी है, सड़कें हमारी हैं। तो हम संघर्ष करते रहेंगे अपने लीडर की फेवर में, और भाजपा के जो स्वप्न है उनको पूरा नहीं होने देंगे। ਇਸੇ ਤਰ੍ਹਾਂ ਹੀ ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ 16 ਸਟੇਡੀਅਮ ਦੇ ਕੋਲ ਈਡੀ ਅਤੇ ਭਾਜਪਾ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਯੂਥ ਕਾਂਗਰਸ ਦਾ ਕਹਿਣਾ ਸੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਦਫ਼ਤਰ ਪੂਰੀ ਤਰ੍ਹਾਂ ਭਾਜਪਾ ਦਾ ਦਫ਼ਤਰ ਬਣ ਚੁੱਕਿਆ ਹੈ। ਭਾਜਪਾ ਆਗੂਆਂ ਦੇ ਹੱਥ ਦੇ ਵਿੱਚ ਈਡੀ ਦਫ਼ਤਰ ਦੀ ਬਾਗਡੋਰ ਹੈ। के लोग बोलते हैं कि सोनिया गांधी डर की, ना सोनिया गांधी जी आज डरे हैं ना कल डरे हैं। एक इंदिरा गांधी जी की बहू है, एक है इंदिरा गांधी जी का पोता। आपको ये बात बतानी चाहते हैं, जो दिल्ली में लोग उनके बोलते हैं ना कि ये मैडम डर गए, मैडम तो आज भी ईडी के दफ्तर जा रहे हैं। पर बात ये है कि जो लोगों ने किसानों के ऊपर गाड़ियाँ चढ़ाई, स्मृति ईरानी की बेटी ने गोवा में क्या किया, जिन लोगों ने जो नारे लगाते हैं गोली मारो सालों को, उन लोगों को सजा हुई अभी तक, उनको फांसी हुई। तो ये क्या मतलब क्या चीज़ है? इन लोगों को भी सजा होनी चाहिए, सब चीज़ें बराबर होनी चाहिए। हमारी डिमांड ये है। आगे आपको बताएंगे, कुछ बड़ा प्रदर्शन करेंगे और कोई नेशनल हाईवे या कुछ बड़ा प्रदर्शन करेंगे। ईडी ऑफिस पूर्ण रूप से आज भगवा रूप धारण कर चुका है। इसी को लेकर आज हमने यहाँ एक विरोध प्रदर्शन, आज हमने लोगों के सामने ये बताना चाहा कि ये ईडी ऑफिस नहीं बल्कि ईडी ऑफिस बीजेपी ऑफिस बन चुका है। जिस प्रकार से लगातार विपक्ष के नेताओं को ईडी, सीबीआई और सेंट्रल एजेंसी के माध्यम से उन पर दबाव बनाया जा रहा है, उनको बदनाम करने की एक गंदी जो साजिश रची जा रही है, उस साजिश का हम पूर्ण रूप से युवा कांग्रेस उसका विरोध करती है। आज हमने बीजेपी के नाम के ऊपर काली पोस्टर उनको ये सताना चाहा, चेताना चाहा कि लोग उनकी ये करतूत, उनकी ये गंदी हरकत, उनकी सोच लोगों के अब सामने आ चुकी है। सेंट्रल एजेंसी जिनका दुरुपयोग इस लोकतंत्र के अंदर नहीं होना चाहिए, इस सरकार में सभी सेंट्रल एजेंसीज का पूर्ण रूप से जो उनका कंट्रोल है वो बीजेपी के हेडक्वार्टर के अंदर है, जिसका हम पूर्ण रूप से विरोध करते हैं। ਉੱਥੇ ਹੀ ਦੂਜੇ ਪਾਸੇ ਵੀ ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਨਜ਼ਰ ਆਈ ਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਫੜ ਕੇ ਥਾਣੇ ਵੀ ਲੈ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਯੂਥ ਕਾਂਗਰਸ ਨੇ ਰਾਹੁਲ ਗਾਂਧੀ ਤੇ ਈਡੀ ਦੀ ਕਾਰਵਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ 5 ਦਿਨ ਪਹਿਲਾਂ ਵੀ ਸੋਨੀਆ ਗਾਂਧੀ ਤੋਂ ਈਡੀ ਦੇ ਵੱਲੋਂ ਪੁੱਛਗਿੱਛ ਕਰਨ ਦੇ ਵਿਰੋਧ ਵਿੱਚ ਚੰਡੀਗੜ੍ਹ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਸੀ ਤੇ ਕਾਂਗਰਸੀ ਸੈਕਟਰ 18 ਈਡੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਵਿੱਚ ਸਫਾਈ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ। ਕੁਝ ਲਾਈਨ ਕੰਪਨੀ ਦਾ ਇਹ ਮਾਮਲਾ ਉਸ ਦੇ ਨਾਲ ਜੁੜਿਆ ਹੋਇਆ ਪ੍ਰਤੀਤ ਹੋ ਰਿਹਾ ਹੈਗਾ ਤੇ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇੱਕ ਕਰਮਚਾਰੀ ਦੀ ਮੌਤ ਵੀ ਇਸ ਦੇ ਨਾਲ ਜੁੜੀ ਹੋਈ ਹੈ। ਕੀ ਹੈ ਇਹ ਪੂਰਾ ਮਾਮਲਾ, ਦੇਖਦੇ ਹਾਂ ਇਸ ਰਿਪੋਰਟ ਵਿੱਚ।
ਬੀਤੀ ਰੋਜ਼ ਲਾਇੰਸ ਕੰਪਨੀ ਦੇ ਵਿੱਚ ਇੱਕ ਸਫਾਈ ਕਰਮੀ ਰਾਜੇਸ਼ ਟਾਂਗਤੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਤੇ ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਲਾਇੰਸ ਸਰਵਿਸ ਲਿਮਟਿਡ ਦੇ ਅੰਤਰਗਤ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਕਰ ਰਹੇ ਕਰਮੀਆਂ ਦਾ ਕਹਿਣਾ ਹੈ ਕਿ ਕੰਪਨੀ ਤੋਂ 2 ਮਹੀਨੇ ਦੀ ਤਨਖਾਹ ਨਾ ਮਿਲਣ ਦੇ ਕਾਰਨ ਰਾਜੇਸ਼ ਪਰੇਸ਼ਾਨ ਸੀ ਤੇ ਸਫਾਈ ਕਰਮੀਆਂ ਦਾ ਇਹ ਵੀ ਆਰੋਪ ਹੈ ਕਿ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਮਜਬੂਰਨ ਉਹਨਾਂ ਨੂੰ ਹੜਤਾਲ ਕਰਨੀ ਪਈ। ਉੱਥੇ ਹੀ ਇੱਕ ਕਰਮੀ ਦਾ ਇਹ ਵੀ ਕਹਿਣਾ ਹੈ ਕਿ ਇਸ ਕੰਪਨੀ ਦੇ ਵਿੱਚ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ ਤੇ ਉਹ ਵੀ ਉਹਨਾਂ ਨੂੰ ਸਮੇਂ ਸਿਰ ਨਹੀਂ ਮਿਲਦੀ। ਉਹਨਾਂ ਕਿਹਾ ਹੈ ਕਿ ਕਰਮੀਆਂ ਨੂੰ ਸਮੇਂ ਸਿਰ ਤਨਖਾਹ ਮਿਲਦੀ ਤਾਂ ਰਾਜੇਸ਼ ਖੁਦਕੁਸ਼ੀ ਨਹੀਂ ਕਰਦਾ। ਉੱਥੇ ਹੀ ਇਸ ਕੰਪਨੀ ਵਿੱਚ ਸਫਾਈ ਕਰਮਚਾਰੀ ਆਪਣੇ ਆਪ ਨੂੰ ਪ੍ਰਤਾੜਿਤ ਮਹਿਸੂਸ ਕਰ ਰਹੇ ਨੇ ਤੇ ਨਗਰ ਨਿਗਮ ਤੋਂ ਇਸ ਕੰਪਨੀ ਦਾ ਟੈਂਡਰ ਰੱਦ ਕਰਨ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। हम ये कहना चाहते हैं, हम सफाई कर्मचारी चंडीगढ़ से सर, हम इस शहर को सफा कर रहे हैं पर हमारी तरफ किसी का ध्यान नहीं दिया जाता। हम अपनी ड्यूटी समय पे कर रहे हैं, इसके बावजूद लॉयंस कंपनी हमारे पे इतना अत्याचार कर रही है। आज 2 महीने हो गए, हमारी सैलरी नहीं आई। उसी कारण हमारा एक भाई नौकरी से ज़िंदगी से हाथ धो बैठा घर की परेशानी से, और दूसरा हमारा कम से कम 5 साल का एरियल बना हुआ है, ग्रेजुएटी भी नहीं हुई है, जो कि सरकार नहीं दे रही है। हम आवाज़ उठाते हैं तो हमारे सफाई कर्मचारी निकाल दिए जाते हैं। हम इस कंपनी से बहुत ही दुखी हो चुके हैं। हमें इन हत्यारों से बचा लिया जाए। हमारे बच्चे शोषित हो रहे हैं, हमारा शोषण हो रहा है। हमें अपने अधीन अपना पंजाब पट्टन के आधार पर हमें नगर निगम के अधीन किया जाए। जो आप वेतन ठेकेदार को दे रहे हैं वो कृपया करके हमें दे दिया जाए। हमारा शोषण तभी रुक सकता है, नहीं तो ठेकेदार आते हैं, हमारी नाड़ पर तलवार चलाते हैं, हमारा शोषण करके चले जाते हैं। सर जी, वजह यह है कि मेरे को इस कंपनी में 4.5 साल देते हुए हो गए और मैं इस लॉयंस सर्विस के अंदर सफाई का काम कर रहा हूँ और ये 4.5 साल के अंदर कि मैं 5 रुपये भी बचाए हों इस कंपनी की सैलरी पे 1 रुपया नहीं बचता है। क्यों? रीज़न ये है, 7 तारीख की जगह ये सैलरी हमें 12, 14 से लेके 22 तारीख तक पे करते हैं और कभी कभी 27 तारीख भी पहुंचती है। तो इसमें हमें नहीं होगा। हम चाहते हैं कि जो हमारे बच्चे हैं हमारे लक्ष्य पे ना आए, हमसे ऊपर जाएं, और कंपनी चाहती है जी हमारे बच्चे हमसे भी नीचे चले जाएं। ये हम नहीं चाहते हैं, इसलिए हमने हड़ताल करी है। ਦੱਸਦੀ ਕਿ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਵਿੱਚ ਸਫਾਈ ਦੇ ਲਈ ਲਾਇੰਸ ਕੰਪਨੀ ਦਾ ਟੈਂਡਰ ਇਸ ਸਾਲ ਅਪ੍ਰੈਲ ਦੇ ਵਿੱਚ ਵਧਾਇਆ ਸੀ ਤੇ ਇਸ ਕੰਪਨੀ ਦੀ ਕਾਰਜ ਪ੍ਰਣਾਲੀ ਕਈ ਵਾਰ ਸਵਾਲਾਂ ਦੇ ਘੇਰੇ ਵੀ ਆ ਚੁੱਕੀ ਹੈ। ਨਿਗਮ ਦੇ ਹਾਊਸ ਵਿੱਚ ਵਿਰੋਧੀ ਕਈ ਵਾਰ ਭਾਜਪਾ ਦੀ ਲਾਇੰਸ ਕੰਪਨੀ ਦੀ ਸੱਟਗੱਠ ਹੋਣ ਅਤੇ ਇਸ ਦਾ ਫਾਇਦਾ ਪਹੁੰਚਾਉਣ ਦੇ ਆਰੋਪ ਵੀ ਲਗਾ ਚੁੱਕੇ ਨੇ। ਦਸੰਬਰ 2016 ਦੇ ਵਿੱਚ ਲਾਇੰਸ ਕੰਪਨੀ ਨੂੰ ਨਿਗਮ ਨੇ ਪਹਿਲੀ ਵਾਰ ਸਫਾਈ ਦਾ ਠੇਕਾ ਦਿੱਤਾ ਸੀ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਤ ਸਿੰਘ ਦੀ ਰਿਪੋਰਟ। ਰੁਕ ਮੌਸਮ ਦਾ ਕਰਦੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 15 ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਪਾਰਾ ਕਾਫੀ ਜ਼ਿਆਦਾ ਹੇਠਾਂ ਡਿੱਗੇਗਾ, ਯਾਨੀ ਕਿ ਠੰਡਕ ਦਾ ਅਹਿਸਾਸ ਤੁਹਾਨੂੰ ਗਰਮੀ ਦੇ ਵਿੱਚ ਹੋ ਜਾਵੇਗਾ। ਪੰਜਾਬ ਵਿੱਚ ਮੰਗਲਵਾਰ ਤੋਂ ਮਾਨਸੂਨ ਮੁੜ ਸਰਗਰਮ ਹੋ ਜਾਵੇਗਾ ਤੇ 3 ਦਿਨ ਮੀਂਹ ਪਵੇਗਾ। ਇਸ ਮੱਦੇਨਜ਼ਰ ਮੌਸਮ ਵਿਭਾਗ ਨੇ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕਰਦਿਆਂ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਮੀਂਹ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਮੰਗਲਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ 26 ਜੁਲਾਈ ਤੋਂ 3 ਦਿਨਾਂ ਤੱਕ ਭਾਰੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ। ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਮਾਝੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਦੁਆਬੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ, ਜਦੋਂ ਕਿ ਪੂਰਬੀ ਮਾਲਵੇ ਵਿੱਚ ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸ ਨਗਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ਅਜਿਹੇ ਵਿੱਚ ਵਿਭਾਗ ਨੇ ਲੋਕਾਂ ਨੂੰ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਜਾਣ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ। ਜੇਕਰ ਗੱਲ ਤਾਪਮਾਨ ਦੀ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਇਸ ਬੁਲੇਟਿਨ ਦੇ ਵਿੱਚ ਪਾਸਾ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।